ਹੈਲੋ एवरीवन। ਅੱਜ ਆਪਾਂ ਕਰਨ ਲੱਗੇ ਹਾਂ ਟਾਈਪਸ ਆਫ ਕੰਪਿਊਟਰ ਸਾਈਜ਼ ਐਂਡ ਕੈਪੈਸਿਟੀ ਦੇ ਬੇਸਡ ਟਾਈਪਸ ਆਫ ਕੰਪਿਊਟਰ ਅੱਗੇ ਅਸੀਂ ਕਰਨ ਲੱਗੇ ਹਾਂ। ਮੇਨ ਇਹਦੀਆਂ 4 ਟਾਈਪਸ ਨੇਗੀਆਂ। ਮੇਨ ਫਰੇਮ ਕੰਪਿਊਟਰ, ਮਿਨੀ ਕੰਪਿਊਟਰ, ਮਾਈਕਰੋ ਕੰਪਿਊਟਰ ਜਾਂ ਫਿਰ ਸੁਪਰ ਕੰਪਿਊਟਰ। ਮੇਨ ਫਰੇਮ ਕੰਪਿਊਟਰ ਕਿਹੜਾ ਹੁੰਦਾ ਗਾ? ਸਾਈਜ਼ ਐਂਡ ਕੈਪੈਸਿਟੀ ਦੇ ਬੇਸਡ ਜਦੋਂ ਅਸੀਂ ਦੇਖਦੇ ਹਾਂ ਇਹ ਸਭ ਤੋਂ ਵੱਡੇ ਕੰਪਿਊਟਰ ਨੇ ਜੋ ਮਲਟੀ ਯੂਜ਼ਰ ਇਨਵਾਇਰਮੈਂਟ 'ਤੇ ਕੰਮ ਕਰਦੇ ਨੇ। ਇਹ ਬਹੁਤ ਹੀ ਹਾਈ ਕੈਪੈਸਿਟੀ ਦੇ ਕੰਪਿਊਟਰ ਨੇ ਜੋ ਲਾਰਜ ਅਮਾਊਂਟ ਆਫ ਡਾਟੇ 'ਤੇ ਵਰਕ ਕਰਦੇ ਨੇ ਜਾਂ ਫਿਰ ਉਹਨਾਂ ਨੂੰ ਡਾਟੇ ਨੂੰ ਪ੍ਰੋਸੈਸ ਕਰਨ ਦੇ ਲਈ ਯੂਜ਼ ਹੁੰਦੇ ਨੇ। ਮਲਟੀ ਯੂਜ਼ਰ ਇਨਵਾਇਰਮੈਂਟ ਕੀ ਹੁੰਦਾ? ਕਿਸੇ ਵੱਡੇ ਆਰਗੇਨਾਈਜੇਸ਼ਨਸ ਦੇ ਵਿੱਚ ਜਿੱਥੇ ਹੰਡਰਡਸ ਜਾਂ ਫਿਰ ਥਾਊਜ਼ੈਂਡਸ ਆਫ ਕੰਪਿਊਟਰ ਯੂਜ਼ ਹੁੰਦੇ ਨੇ। ਇਹ ਸਾਰੇ ਕੰਪਿਊਟਰਸ ਦਾ ਜਿਹੜਾ ਡਾਟਾ ਉਸ ਨੂੰ ਪ੍ਰੋਸੈਸ ਹੋਣ ਦੇ ਲਈ ਫਿਰ ਸਟੋਰ ਹੋਣ ਦੇ ਲਈ ਪ੍ਰੋਸੈਸ ਹੋਣ ਤੋਂ ਬਾਅਦ ਸਟੋਰ ਹੋਣ ਦੇ ਲਈ ਇੱਕ ਸਿੰਗਲ ਕੰਪਿਊਟਰ ਨੂੰ ਯੂਜ਼ ਕਰਦਾ। ਜਿਸ ਸਿੰਗਲ ਕੰਪਿਊਟਰ ਨੂੰ ਯੂਜ਼ ਕਰਦੇ ਨੇ ਉਸ ਨੂੰ ਕੀ ਕਿਹਾ ਜਾਂਦਾ ਗਾ? ਮੇਨ ਫਰੇਮ ਕੰਪਿਊਟਰ। ਇਹੀ ਸਿਸਟਮ ਰਿਸਪੋਂਸੀਬਲ ਆ ਕਿ ਸਾਰੇ ਸਿਸਟਮ ਦੇ ਡਾਟੇ ਨੂੰ ਸਟੋਰ ਕਰਕੇ ਉਸ ਨੂੰ ਪ੍ਰੋਸੈਸ ਕਰਕੇ, ਠੀਕ ਆ, ਕਿੰਨੇ ਸਾਰੇ ਕੰਪਿਊਟਰਸ ਦਾ ਜਿਹੜਾ ਡਾਟਾ ਉਸ ਨੂੰ ਪ੍ਰੋਸੈਸ ਕਰਨ ਦੇ ਲਈ ਮੇਨ ਫਰੇਮ ਕੰਪਿਊਟਰ ਦੇ ਕੋਲ ਮਲਟੀਪਲ ਪ੍ਰੋਸੈਸਰ ਜਾਂ ਫਿਰ ਹਾਈ ਸਟੋਰੇਜ ਕੈਪੈਸਿਟੀ ਹੁੰਦੀ ਆ। ਇਹੀ ਕਾਰਨ ਆ ਕਿ ਕਿਸੇ ਵੀ ਵੱਡੇ ਆਰਗੇਨਾਈਜੇਸ਼ਨ ਦੇ ਵੱਡੇ ਡਾਟੇ ਨੂੰ ਪ੍ਰੋਸੈਸ ਕਰਨ ਦੇ ਲਈ, ਉਸ ਡਾਟੇ ਨੂੰ ਹੈਂਡਲ ਕਰਨ ਦੇ ਲਈ ਕਿਹਦਾ ਯੂਜ਼ ਹੁੰਦਾ ਗਾ? ਮੇਨ ਫਰੇਮ ਕੰਪਿਊਟਰ ਦਾ। ਮਲਟੀ ਯੂਜ਼ਰ ਇਨਵਾਇਰਮੈਂਟ ਦੇ ਵਿੱਚ ਕਨੈਕਟ ਕੀਤੇ ਜਾਂਦੇ ਨੇ। ਜੇ ਸਾਰੇ ਸਿਸਟਮਸ ਨੂੰ ਟਰਮੀਨਲ ਕਿਹਾ ਜਾਂਦਾ, ਜਿੱਥੇ ਇਹ ਸਾਰੇ ਸਿਸਟਮ ਮਤਲਬ ਕੀ ਕੀਤੇ ਜਾਂਦੇ ਨੇ ਕਿ ਅਟੈਚ ਕੀਤੇ ਜਾਂਦੇ ਨੇ, ਕਨੈਕਟ ਕੀਤੇ ਜਾਂਦੇ ਨੇ ਇੱਕ ਦੂਸਰੇ ਦੇ ਨਾਲ, ਉਸ ਨੂੰ ਕੀ ਕਿਹਾ ਜਾਂਦਾ ਗਾ? ਟਰਮੀਨਲ। ਜਿਹੜੇ ਇਹ ਟਰਮੀਨਲ ਆ ਇਹ 2 ਕੈਟਾਗਰੀਜ਼ ਦੇ ਵਿੱਚ ਡਿਵਾਈਡ ਹੁੰਦਾ। ਫਸਟ ਹੈਗੀ ਆ ਡਮ ਟਰਮੀਨਲ, ਸੈਕਿੰਡ ਹੈਗੀ ਆ ਇੰਟੈਲੀਜੈਂਟ ਟਰਮੀਨਲ। ਜਿਹੜੀ ਤਾਂ ਡਮ ਟਰਮੀਨਲ ਆ ਇਹ ਇੱਕ ਇੱਦਾਂ ਦਾ ਟਰਮੀਨਲ ਆ ਜਿਹਦੇ ਵਿੱਚ ਸਿਰਫ ਮਾਊਸ, ਕੀਬੋਰਡ ਅਤੇ ਮੋਨੀਟਰ ਨੂੰ ਪ੍ਰੋਸੈਸ ਕਰਨ ਦੇ ਲਈ ਪ੍ਰੋਸੈਸਰ ਜਾਂ ਰਨ ਜਾਂ ਫਿਰ ਸਟੋਰੇਜ ਦੇ ਵਿੱਚ ਇਹ ਸਾਰਾ ਮੇਨ ਫਰੇਮ ਸਿਸਟਮ ਦਾ ਯੂਜ਼ ਕਰਦਾ। ਇਸ ਨੂੰ ਡਮ ਟਰਮੀਨਲ ਕਹਿੰਦੇ ਨੇ। ਸੋਚਣ ਵਾਲੀ ਗੱਲ ਆ ਕਿ ਸਾਰੇ ਸਿਸਟਮ ਦਾ ਜਿਹੜਾ ਡਾਟਾ ਉਹ ਸਿਰਫ ਮੇਨ ਫਰੇਮ ਕੰਪਿਊਟਰ ਪ੍ਰੋਸੈਸ ਕਰੇਗਾ ਤਾਂ ਉਹ ਮੇਨ ਫਰੇਮ ਜੇ ਕੰਪਿਊਟਰ ਦੀ ਜਿਹੜੀ ਪ੍ਰੋਸੈਸਿੰਗ ਆ, ਪਰਫੋਰਮੈਂਸ ਆ, ਉਹ ਡਾਊਨ ਤਾਂ ਹੋ ਜਾਏਗੀ ਕਿਉਂਕਿ ਕਈ ਵਾਰ ਕੰਪਨੀਜ਼ ਦਾ ਸਿਸਟਮ ਆ ਜਿਹੜਾ ਉਹ ਵੱਧ ਜਾਂਦੇ ਨੇ ਸਿਸਟਮਸ ਉਹਦੇ ਵਿੱਚ ਬਹੁਤ ਸਾਰੇ, ਮੀਨਸ ਟਰਮੀਨਲਸ ਵੱਧ ਜਾਂਦੇ ਨੇ। ਨੰਬਰ ਆਫ ਟਰਮੀਨਲਸ ਜ਼ਿਆਦਾ ਲਗਾ ਦਿੱਤੇ ਜਾਂਦੇ ਨੇਗੇ, ਮੇਨ ਫਰੇਮ ਕੰਪਿਊਟਰ ਦੀ ਪਰਫੋਰਮੈਂਸ ਡਾਊਨ ਹੋ ਜਾਂਦੀ ਆ, ਠੀਕ ਆ। ਉਸ ਨੂੰ ਇਨਕਰੀਜ਼ ਕਰਨ ਦੇ ਲਈ ਟਰਮੀਨਲ ਦੇ ਨਾਲ ਇੱਕ ਛੋਟਾ CPU ਲਗਾ ਦਿੱਤਾ ਜਾਂਦਾ। ਜਿਹੜਾ CPU ਟਰਮੀਨਲ ਦੇ ਲਈ ਵਰਕ ਕਰਦਾ, ਪਰਟੀਕੂਲਰ ਉਹ ਟਰਮੀਨਲ ਦਾ ਜਿਹੜਾ ਡਾਟਾ ਪ੍ਰੋਸੈਸ ਕਰਨ ਦੇ ਲਈ ਉਸ ਨੂੰ ਖੁਦ ਦਾ CPU, ਇੱਕ ਐਸਾ ਟਰਮੀਨਲ ਜਿਹਦਾ ਖੁਦ ਦਾ CPU, ਖੁਦ ਦਾ ਬ੍ਰੇਨ ਆ, ਪ੍ਰੋਸੈਸ ਕਰਨ ਦੇ ਲਈ ਸਿਸਟਮ ਯੂਨਿਟ ਨੂੰ ਉਸ ਨੂੰ ਇੰਟੈਲੀਜੈਂਟ ਟਰਮੀਨਲ ਕਿਹਾ ਜਾਂਦਾ। ਇਹ ਮਲਟੀ ਇਨਵਾਇਰਮੈਂਟ ਕੰਪਨੀਜ਼ ਦੇ ਵਿੱਚ ਕੀ ਕਰਦਾ ਗਾ? ਬਣਾਇਆ ਜਾਂਦਾ। ਮਲਟੀ ਯੂਜ਼ਰ ਇਨਵਾਇਰਮੈਂਟ ਕੰਪਨੀਜ਼ ਦੇ ਵਿੱਚ ਬਣਾਇਆ ਜਾਂਦਾ। ਸਾਰੇ ਸਿਸਟਮ ਦਾ ਜਿਹੜਾ ਡਾਟਾ ਇੱਕ ਜਗ੍ਹਾ 'ਤੇ ਸਿੰਗਲ ਸਟੋਰੇਜ 'ਤੇ ਆ ਕੇ ਸਟੋਰ ਹੋ ਜਾਂਦਾ ਵੀ ਸਾਰਾ ਜਿਹੜਾ ਡਾਟਾ ਉਹ ਸਿੰਗਲ ਸਟੋਰੇਜ ਦੇ ਵਿੱਚ ਆ ਕੇ ਸਟੋਰ ਹੋ ਜਾਵੇ। ਉਸ ਤੋਂ ਬਾਅਦ ਕਿਸੇ ਵੀ ਡਾਟੇ ਦੇ ਵਿੱਚ ਅਪਡੇਸ਼ਨ ਕਰਨੀ ਹੈ ਜਾਂ ਕੁਝ ਵੀ ਚੇਂਜ ਕਰਨਾ, ਉਹ ਸਾਰਾ ਕਿੱਥੇ ਹੋ ਜਾਵੇ? ਦੂਸਰੇ ਟਰਮੀਨਲਸ ਨੂੰ, ਮਤਲਬ ਦੂਸਰੇ ਯੂਜ਼ਰਸ ਨੂੰ ਆਟੋਮੈਟਿਕਲੀ ਪਤਾ ਚੱਲ ਜਾਵੇ ਵੀ ਕੀ ਚੇਂਜਿਸ ਹੋਈਆਂ ਨੇ। ਇਸ ਨੂੰ ਕੀ ਕਿਹਾ ਜਾਂਦਾ ਗਾ? ਮੇਨ ਫਰੇਮ ਕੰਪਿਊਟਰ। ਨੈਕਸਟ ਹੈਗਾ ਮਿਨੀ ਕੰਪਿਊਟਰ। ਕਹਿੰਦੇ ਮਿਨੀ ਕੰਪਿਊਟਰ ਨੂੰ ਦੇਖੀਏ ਜਦੋਂ ਅਸੀਂ ਤਾਂ ਇਹ ਲੋਐਸਟ ਵਰਜ਼ਨ ਆ ਕਿਹਦਾ? ਮੇਨ ਫਰੇਮ ਕੰਪਿਊਟਰ ਦਾ ਇਹ ਲੋਐਸਟ ਵਰਜ਼ਨ ਆ। ਮਿਨੀ ਕੰਪਿਊਟਰ ਆ ਜਿਹੜਾ ਇਹ ਕੀ ਹੈਗਾ? ਇੱਕ ਮਲਟੀ ਯੂਜ਼ਰ ਇਨਵਾਇਰਮੈਂਟ ਕੰਪਿਊਟਰ ਨੂੰ, ਬਟ ਮੇਨ ਫਰੇਮ ਕੰਪਿਊਟਰ ਕੀ ਹੈਗਾ? ਇੱਕ ਵੱਡੇ ਆਰਗੇਨਾਈਜੇਸ਼ਨ ਦੇ ਲਈ ਯੂਜ਼ ਕੀਤਾ ਜਾਂਦਾ। ਮਿਨੀ ਕੰਪਿਊਟਰ ਆ ਜਿਹੜਾ ਇਹ ਲੋਅਰ ਵਰਜ਼ਨ ਆ। ਇਹ ਲੋਐਸਟ ਕੋਸਟ 'ਤੇ ਮਲਟੀ ਯੂਜ਼ਰ ਇਨਵਾਇਰਮੈਂਟ ਨੂੰ ਕ੍ਰੀਏਟ ਕਰਕੇ ਇੱਕ ਸਮਾਲ ਆਰਗੇਨਾਈਜੇਸ਼ਨ ਦੇ ਲਈ, ਛੋਟੇ ਆਰਗੇਨਾਈਜੇਸ਼ਨ ਦੇ ਲਈ ਜਿੱਥੇ ਹੰਡਰਡਸ ਆਫ ਕੰਪਿਊਟਰ ਯੂਜ਼ ਹੁੰਦੇ ਨੇ,
ਹੰਡਰਡਸ ਆਫ ਟਰਮੀਨਲ ਯੂਜ਼ ਹੁੰਦੇ ਨੇਗੇ, ਉੱਥੇ ਇਸ ਨੂੰ ਯੂਜ਼ ਕੀਤਾ ਜਾਂਦਾ, ਜਿਹਨੂੰ ਕੀ ਕਿਹਾ ਜਾਂਦਾ ਗਾ, ਮਿਨੀ ਕੰਪਿਊਟਰ। ਐਗਜ਼ਾਮਪਲ ਦੇ ਲਈ ਦੇਖ ਲੈਂਦੇ ਆਂਗੇ। ਕਹਿੰਦੇ ਜਿਵੇਂ ਹੋ ਗਿਆ PDPs ਜਾਂ ਫਿਰ PDPs 11, ਇਹ ਕੀ ਨੇਗੇ, ਸਾਰੇ ਮਿਨੀ ਕੰਪਿਊਟਰ ਦੀ ਐਗਜ਼ਾਮਪਲਸ ਨੇਗੀਆਂ ਜੋ ਬਹੁਤ ਹੀ ਜ਼ਿਆਦਾ ਯੂਜ਼ ਹੁੰਦੇ ਨੇਗੇ ਸਮੋਲ ਔਰਗੇਨਾਈਜੇਸ਼ਨ ਦੇ ਲਈ। ਇਸ ਨੂੰ ਕੀ ਕਿਹਾ ਜਾਂਦਾ ਗਾ, ਮਿਨੀ ਕੰਪਿਊਟਰ। ਨੈਕਸਟ ਹੈਗਾ ਮਾਈਕਰੋ ਕੰਪਿਊਟਰ। ਕਹਿੰਦਾ ਇਹ ਬਹੁਤ ਹੀ ਪਰਟੀਕੂਲਰ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਇਹਨੂੰ ਪਾਪੂਲਰ ਜਾਂ ਫਿਰ ਫੇਮਸ ਕੰਪਿਊਟਰ ਨੇਗੇ, ਕਿਉਂਕਿ ਇਸ ਦੇ ਵਿੱਚ ਕੀ ਹੁੰਦਾ ਗਾ, ਨਾਰਮਲੀ ਦੇਖਿਆ ਜਾਂਦਾ ਕਿ ਅਸੀਂ ਸਭ ਤੋਂ ਵੱਧ ਇਸ ਕੰਪਿਊਟਰ ਦੇ ਨੂੰ ਇੰਟਰੈਕਟ ਹੁੰਦੇ ਆ ਇਸ ਕੰਪਿਊਟਰ ਤੋਂ, ਕਿਉਂਕਿ ਇਹ ਕੀ ਨੇਗੇ, ਜਿਵੇਂ ਲੈਪਟਾਪ ਹੋ ਗਏ, ਡੈਸਕਟਾਪ ਹੋ ਗਿਆ, ਠੀਕ ਹੈ ਜੀ, ਜਾਂ ਫਿਰ ਟੈਬਲੇਟ ਹੋ ਗਈ, ਇਹ ਸਾਰੇ ਕੀ ਨੇਗੇ, ਮਾਈਕਰੋ ਕੰਪਿਊਟਰ। ਮਾਈਕਰੋ ਕੰਪਿਊਟਰ 1971 ਦੇ ਆਸ-ਪਾਸ ਡਿਵੈਲਪ ਕਰੇ ਗਏ ਸੀ, ਜਦੋਂ ਇੰਟਲ ਕੰਪਨੀ ਨੇ ਇਸ ਨੂੰ ਕੀ ਕੀਤਾ ਸੀਗਾ, ਪਹਿਲਾ ਮਾਈਕਰੋ ਪ੍ਰੋਸੈਸ ਡਿਵੈਲਪ ਕਰਿਆ ਸੀਗਾ। ਇਸ ਨੂੰ ਕੀ ਕਿਹਾ, ਮੇਨ ਫਰੇਮ ਜਾਂ ਫਿਰ ਮਿਨੀ ਕੰਪਿਊਟਰ ਜਾਂ ਫਿਰ ਮਲਟੀ ਪ੍ਰੋਸੈਸਰ ਦਾ ਯੂਜ਼ ਹੋ ਰਿਹਾ ਸੀ। ਉਸ ਤੋਂ ਬਾਅਦ ਕਿਉਂਕਿ ਬਹੁਤ ਵੱਡੇ ਅਮਾਊਂਟ ਦੇ ਵਿੱਚ ਡਾਟੇ ਨੂੰ ਪ੍ਰੋਸੈਸ ਕਰਨ ਦੇ ਲਈ ਯੂਜ਼ ਹੁੰਦੇ ਸੀ ਉਹ ਸਾਰੇ ਕੰਪਿਊਟਰ, ਇਸ ਦੇ ਲਈ ਅਸੀਂ ਇੱਕ ਇੰਡੀਵਿਜੂਅਲ ਯੂਜ਼ ਜਾਂ ਫਿਰ ਪਰਸਨਲ ਯੂਜ਼ ਦੇ ਲਈ ਇਸਤੇਮਾਲ ਨਹੀਂ ਸੀ, ਉਹਨਾਂ ਕੰਪਿਊਟਰਸ ਨੂੰ ਨਹੀਂ ਯੂਜ਼ ਕਰ ਸਕਦੇ ਸੀਗੇ। ਇਸ ਲਈ ਇਹ ਕੀ ਕੀਤਾ ਗਾ, ਇੰਟਲ ਕੰਪਨੀ ਨੇ ਕੀ ਕੀਤਾ, ਇੱਕ ਸਮੋਲ ਜਾਂ ਫਿਰ ਸਿੰਗਲ ਮਾਈਕਰੋ ਪ੍ਰੋਸੈਸਰ ਡਿਵੈਲਪ ਕੀਤਾ। ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ, ਇੱਕ ਸਿੰਗਲ ਮਾਈਕਰੋ ਪ੍ਰੋਸੈਸਰ ਬਣਾਇਆ, ਜਿਸ ਨੂੰ ਕੀ ਕਿਹਾ ਜਾਂਦਾ ਗਾ, ਜਿਹੜਾ ਸਮੋਲ ਸਾਈਜ਼ ਦੇ ਵਿੱਚ ਆ, ਠੀਕ ਆ, ਜਾਂ ਫਿਰ ਇਹਨੂੰ ਅਸੀਂ ਕੰਪਿਊਟਰ ਵੀ ਕਹਿ ਸਕਦੇ ਹਾਂ, ਜੋ ਅੱਜ ਕੱਲ੍ਹ ਐਜੂਕੇਸ਼ਨ, ਬਿਜ਼ਨਸ ਜਾਂ ਫਿਰ ਅਸੀਂ ਬਿਜ਼ਨਸ ਦੇ ਵਿੱਚ ਵੀ ਇਹਨੂੰ ਯੂਜ਼ ਕਰ ਸਕਦੇ ਹਾਂ, ਐਜੂਕੇਸ਼ਨ ਦੇ ਲਈ ਯੂਜ਼ ਕਰ ਰਹੇ ਹਾਂ। ਇਸ ਨੂੰ ਕੀ ਕਿਹਾ ਜਾਂਦਾ ਗਾ, ਮਾਈਕਰੋ ਕੰਪਿਊਟਰ। ਨੈਕਸਟ ਹੈਗਾ ਸੁਪਰ ਕੰਪਿਊਟਰ। ਸੁਪਰ ਕੰਪਿਊਟਰ ਸਭ ਤੋਂ ਜ਼ਿਆਦਾ ਫਾਸਟ ਆ, ਠੀਕ ਆ, ਫਾਸਟ ਕੰਪਿਊਟਰ ਆ, ਜਿਹਦੀ ਪਰਫੋਰਮੈਂਸ ਜਾਂ ਫਿਰ ਉਹਦੀ ਸਪੀਡ ਦੇਖੀਏ ਉਹ ਬਹੁਤ ਜ਼ਿਆਦਾ ਹਾਈ ਹੁੰਦੀ ਆ, ਠੀਕ ਆ। ਇਹ ਫਲੋਟਿੰਗ ਪੁਆਇੰਟ ਆਫ ਆਪਰੇਸ਼ਨਸ ਨੂੰ ਵੀ ਬਿਲੀਅਨ ਜਾਂ ਫਿਰ ਮਿਲੀਅਨਸ ਦੇ ਵਿੱਚ ਪਰਫੋਰਮ ਕਰ ਦਿੰਦਾ। ਸੁਪਰ ਕੰਪਿਊਟਰ ਦਾ ਜਿਹੜਾ ਯੂਜ਼ ਆ ਉਹ ਰਿਸਰਚ ਸੈਂਟਰ ਜਾਂ ਫਿਰ ਗਵਰਨਮੈਂਟ ਏਜੰਸੀਜ਼ ਦੇ ਵਿੱਚ ਯੂਜ਼ ਕੀਤਾ ਜਾਂਦਾ। ਨੈਸ਼ਨਲ ਜਾਂ ਇੰਟਰਨੈਸ਼ਨਲ ਪ੍ਰੋਸੈਸ ਦੇ ਲਈ ਵੀ, ਬਿਗ ਡਾਟਾ ਪ੍ਰੋਸੈਸਿੰਗ ਦੇ ਲਈ ਵੀ, ਕਿਵੇਂ ਜਿਵੇਂ ਇਕਨੋਮਿਕਲ ਮਾਡਲ ਬਣਾਉਣ ਦੇ ਲਈ, ਠੀਕ ਆ, ਜਾਂ ਫਿਰ ਵੈਦਰ ਫੋਰਕਾਸਟਿੰਗ ਦੇ ਲਈ ਮੌਸਮ ਵਿਭਾਗ ਉਹ ਕਾਫੀ ਪਹਿਲਾਂ ਹੀ ਆਪਾਂ ਨੂੰ ਦੱਸ ਦਿੰਦੇ ਨੇ, ਜਾਣਕਾਰੀ ਦੇ ਦਿੰਦੇ ਨੇ ਮੌਸਮ ਵਿਭਾਗ ਦੇ ਬਾਰੇ। ਇਹ ਕਦੇ ਸੋਚਿਆ ਕਿ ਜਿਹੜਾ ਮੌਸਮ ਆ, ਮੌਸਮ ਦੀ ਜਾਣਕਾਰੀ ਆ ਜਿਹੜੀ ਸਾਨੂੰ ਕਿੱਥੋਂ ਮਿਲਦੀ ਆ, ਕਦੇ ਸੋਚਿਆ ਆਪਾਂ ਨੇ ਵੀ ਸਾਨੂੰ ਮੌਸਮ ਦੀ ਜਾਣਕਾਰੀ ਕਿੱਥੋਂ ਮਿਲਦੀ ਆ? ਪ੍ਰਿਥਵੀ ਦੇ ਬਾਹਰ ਜੋ ਵੀ ਸੈਟੇਲਾਈਟਸ ਹੁੰਦੀਆਂ ਨੇਗੀਆਂ ਉਹ ਲਗਾਈਆਂ ਜਾਂਦੀਆਂ ਨੇਗੀਆਂ, ਉਹ ਸੈਟੇਲਾਈਟਸ ਦੇ ਆਸ-ਪਾਸ ਇਨਵਾਇਰਮੈਂਟ ਨੂੰ ਕੀ ਕਰਦਾ ਗਾ, ਐਟਮੋਸਫੀਅਰ ਨੂੰ ਰਿਕਾਰਡ ਕਰਦਾ। ਉਸ ਤੋਂ ਬਾਅਦ ਉਸ ਨੂੰ ਟਰਾਂਸਫਰ ਕਰਦੀ ਆ। ਫਿਰ ਕੀ ਕਰਿਆ ਜਾਂਦਾ ਗਾ, ਸਾਰੇ ਅਰਥ ਸਟੇਸ਼ਨ 'ਤੇ ਡਾਟੇ ਨੂੰ ਰਿਕਾਰਡ ਕਰਿਆ ਜਾਂਦਾ, ਫਿਰ ਰਿਸੀਵ ਕਰਿਆ ਜਾਂਦਾ। ਉਸ ਤੋਂ ਬਾਅਦ ਐਨਾਲਿਸਿਸ ਕਰਕੇ ਰਿਜ਼ਲਟ ਕੱਢੇ ਜਾਂਦੇ ਨੇਗੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਮੌਸਮ ਕਿੱਦਾਂ ਦਾ ਰਹੇਗਾ। ਜੋ ਸੈਟੇਲਾਈਟਸ ਨੇਗੀਆਂ ਉਹ ਹਰ ਸੈਕਿੰਡਸ ਦੇ ਵਿੱਚ ਹੰਡਰਡਸ ਜਾਂ ਫਿਰ ਥਾਊਜ਼ੈਂਡਸ GB ਦਾ ਜਿਹੜਾ ਡਾਟਾ ਉਹ ਟਰਾਂਸਫਰ ਕਰਦਾ। ਪਰ ਸੈਕਿੰਡਸ ਦੇ ਵਿੱਚ ਇੰਨੇ ਵੱਡੇ ਡਾਟੇ ਨੂੰ ਐਵਰੀ ਸੈਕਿੰਡਸ ਪ੍ਰੋਸੈਸ ਕਰਨ ਦੇ ਲਈ ਹਾਈਐਸਟ ਸਪੀਡ, ਹਾਈ ਪ੍ਰੋਸੈਸਰ ਕੰਪਿਊਟਰ ਦੀ ਨੀਡ ਹੁੰਦੀ ਹੈਗੀ ਉੱਥੇ। ਇੰਨਾ ਅਨਲਿਮਿਟਿਡ ਡਾਟਾ, ਇੰਨਾ ਜ਼ਿਆਦਾ ਅਨਲਿਮਿਟਿਡ ਡਾਟਾ ਜੋ ਕਿ ਕੀਤਾ ਜਾਂਦਾ ਗਾ, ਹਰ ਸੈਕਿੰਡਸ ਦੇ ਵਿੱਚ ਸਾਡੇ ਕੋਲ ਆਉਂਦਾ। ਹਰ ਇੱਕ ਸੈਕਿੰਡਸ ਦੇ ਵਿੱਚ ਉਸ ਨੂੰ ਰਿਸੀਵ ਕਰਕੇ ਪ੍ਰੋਸੈਸ ਵੀ ਕਰਿਆ ਜਾਂਦਾ ਗਾ, ਠੀਕ ਆ। ਉਸ ਤੋਂ ਬਾਅਦ ਸਾਨੂੰ ਰਿਜ਼ਲਟ ਵੀ ਦਿੱਤਾ ਜਾਂਦਾ। ਤਾਂ ਉਸ ਦੇ ਲਈ ਸੁਪਰ ਕੰਪਿਊਟਰਸ ਦੀ ਨੀਡ ਹੁੰਦੀ ਆ ਬਹੁਤ ਜ਼ਿਆਦਾ। ਇਸ ਨੂੰ ਕੀ ਕਿਹਾ ਜਾਂਦਾ ਗਾ, ਸੁਪਰ ਕੰਪਿਊਟਰ। ਵਰਲਡ ਦਾ ਸੁਪਰ ਕੰਪਿਊਟਰ ਆ ਸਭ ਤੋਂ ਜ਼ਿਆਦਾ ਵਧੀਆ ਕੰਪਿਊਟਰ ਆ, ਉਹ ਹੈਗਾ ਕਰੇ। ਇਹ ਸੀਗਾ ਸਾਰਾ ਸੁਪਰ ਕੰਪਿਊਟਰ ਦੇ ਬਾਰੇ। ਥੈਂਕ ਯੂ ਐਵਰੀਵਨ।